ਕੈਨੇਡਾ ਦੇ 10 ਸੂਬਿਆਂ ਦੇ ਵਿੱਚੋਂ 4 ਸੂਬਿਆਂ ਦੇ ਪ੍ਰੀਮੀਅਰਸ ਨੇ ਚਿੱਠੀ ਲਿਖ ਕੇ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਸਾਨੂੰ ਵੱਧ ਅਧਿਕਾਰ ਦਿੱਤੇ ਜਾਣ ਤਾਂ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਵੱਧ ਜਿਹੜੇ ਲੋਕ ਨੇ ਉਹ ਆਪਣੇ ਸੂਬੇ ਦੇ ਵਿੱਚ ਸੱਦ ਸਕੀਏ। ਅੰਟੈਰੀਓ ਦੇ ਪ੍ਰੀਮੀਅਰ ਨੇ ਜਿਹੜੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਨਾਲ ਕਿਊਬੈਕ ਦੇ ਵਿੱਚ ਤੁਸੀਂ ਖੁੱਲ੍ਹ ਦਿੱਤੀ ਹੋਈ ਆ ਉਸੇ ਤਰੀਕੇ ਨਾਲ ਸਾਨੂੰ ਵੀ ਉਹੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਕਿਊਬਿਕ ਦੇ ਵਿੱਚ ਕੀ ਹੈ ਜੀ ਰਾਈਟ ਨਾਓ ਜਿਹੜਾ ਉਹਨਾਂ ਦਾ ਇਕਨੋਮਿਕ ਇਮੀਗ੍ਰੇਸ਼ਨ ਸਿਸਟਮ ਹੈਗਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਉਹਦੇ 'ਚ ਕਿਊਬਿਕ ਕੋਲ 90% ਤੋਂ ਵੱਧ ਇਮੀਗ੍ਰੈਂਟ ਸਿਲੈਕਟ ਕਰਨ ਦਾ ਜਿਹੜਾ ਉਹਨਾਂ ਕੋਲ ਰਾਈਟ ਹੈਗਾ। ਅੱਛਾ ਜੀ, ਉਹ ਸਿਲੈਕਟ ਕਰਦੇ ਆ। ਤੇ ਦੂਸਰੀ ਗੱਲ ਹੈਗੀ ਹੈ ਜਿਹੜਾ ਆਪਣਾ ਇਹ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਹੁੰਦੇ ਆ ਇਹਨਾਂ ਦੇ ਵਿੱਚ ਜੂਰਿਸਡਿਕਸ਼ਨ ਪ੍ਰੋਵਿੰਸ ਦੀ ਹੁੰਦੀ ਆ। ਜੇਕਰ ਇਹਦੇ 'ਚ ਕੋਈ ਰਿਜੈਕਸ਼ਨ ਹੁੰਦੀ ਆ ਤਾਂ ਉਹ ਪ੍ਰੋਵਿੰਸ ਦੀ ਸੁਪਰੀਮ ਕੋਰਟ ਕੋਲ ਇਹਦੀ ਜੂਰਿਸਡਿਕਸ਼ਨ ਹੁੰਦੀ ਆ ਉਹਦੀ ਅਪੀਲ ਸੁਣਨ ਦੀ। ਅੱਛਾ, ਇੱਕ ਰਾਜਵੀਰ ਜੀ ਹੋਰ ਗੱਲ ਦੱਸਿਓ ਬਈ ਜਿਹੜੀ ਸੂਬੇ ਦੇ ਵਿੱਚ ਖਾਸ ਤੌਰ 'ਤੇ ਕਿਊਬੈਕ ਦੇ ਵਿੱਚ ਹੀ ਹਾਲੇ ਤੱਕ ਤਾਂ ਇੱਕੋ ਹੀ ਸਿਰਫ PNP ਦੇ ਹੀ ਇਮੀਗ੍ਰੈਂਟ ਉਹ ਆਪਣੀ ਮਰਜ਼ੀ ਨਾਲ ਸੱਦ ਸਕਦੇ ਨੇ ਜਾਂ ਕਿ ਬਾਕੀ ਇਮੀਗ੍ਰੇਸ਼ਨ ਵੀ ਮੇਰਾ ਖਿਆਲ ਉਹਨਾਂ ਦਾ ਅੱਡ ਡਿਪਾਰਟਮੈਂਟ ਬਣਿਆ ਹੋਇਆ? ਅੱਛਾ ਜੀ, ਹਾਂਜੀ। ਸੋ ਫਾਰ ਦਾ ਮਿਨੀਮਮ ਜਿਹੜੀ ਹੈਗੀ ਆ ਅੰਟਾਰੀਓ ਨੇ ਡਿਮਾਂਡ ਕੀਤੀ ਹੈ ਕਿ ਉਹਨਾਂ ਨੇ ਪਿਛਲੇ ਸਾਲ 9000 ਕੋਟਾ ਅਲਾਓ ਕੀਤਾ ਸੀਗਾ PNP ਦੇ ਵਿੱਚ। ਹੁਣ ਉਹ ਚਾਹੁੰਦੇ ਆ ਵੀ ਮਿਨੀਮਮ ਇਹ ਡਬਲ ਹੋਵੇ 18,000। ਇਹਨੂੰ ਇਸ ਪਰਸਪੈਕਟਿਵ ਦੇ ਵਿੱਚ ਦੱਸਣਾ ਚਾਹੁੰਦਾ ਕਿ ਜਿਹੜੇ ਪ੍ਰੀਮੀਅਰਸ ਆ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਜਿਹੜੇ ਸਟੂਡੈਂਟਸ ਆ ਉਹ ਸਾਡਾ ਵੈਲਿਊਏਬਲ ਰਿਸੋਰਸ ਆ, ਅਸੀਂ ਉਹਨੂੰ ਗਵਾਉਣਾ ਨਹੀਂ ਹੈਗਾ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਛੇਤੀ ਵਰਕ ਪਰਮਿਟ ਦਿੱਤਾ ਜਾਵੇ, ਫਿਰ ਉਹ ਸਾਡੀਆਂ ਵਰਕ ਫੋਰਸ ਦੀਆਂ ਲੋੜਾਂ ਪੂਰੀਆਂ ਕਰਨ ਤੇ ਫਿਰ ਛੇਤੀ ਉਹ PR ਹੋਣ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋ ਵਿੱਚ। ਕੈਨੇਡਾ ਦੇ 10 ਸੂਬਿਆਂ ਦੇ ਵਿੱਚੋਂ 4 ਸੂਬਿਆਂ ਦੇ ਪ੍ਰੀਮੀਅਰਸ ਨੇ ਚਿੱਠੀ ਲਿਖ ਕੇ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਸਾਨੂੰ ਵੱਧ ਅਧਿਕਾਰ ਦਿੱਤੇ ਜਾਣ ਤਾਂ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਵੱਧ ਜਿਹੜੇ ਲੋਕ ਨੇ ਉਹ ਆਪਣੇ ਸੂਬੇ ਦੇ ਵਿੱਚ ਸੱਦ ਸਕੀਏ। ਕਿਸ ਕਿਸਮ ਦੇ ਇਮੀਗਰੈਂਟ ਆਉਣ, ਉਹਨਾਂ ਦੀ ਕਾਮਯਾਬੀ ਅਤੇ ਸਾਨੂੰ ਜਿਹੜੇ ਵੱਧ ਅਧਿਕਾਰਾਂ ਦੀ ਹੋਰ ਖੁੱਲ੍ਹ ਡੁੱਲ ਹੋਵੇ। ਅੰਟੈਰੀਓ ਦੇ ਪ੍ਰੀਮੀਅਰ ਨੇ ਜਿਹੜੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਨਾਲ ਕਿਊਬੈਕ ਦੇ ਵਿੱਚ ਤੁਸੀਂ ਖੁੱਲ੍ਹ ਡੁੱਲ ਦਿੱਤੀ ਹੋਈ ਆ ਉਸੇ ਤਰੀਕੇ ਨਾਲ ਸਾਨੂੰ ਵੀ ਉਹੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਸੋ ਸਾਨੂੰ ਆਪਣਾ ਸਾਡਾ ਇਮੀਗ੍ਰੇਸ਼ਨ ਸਿਸਟਮ ਹੋਵੇ। ਦੂਸਰੇ ਸੂਬਿਆਂ ਵਾਲੇ ਕਹਿ ਰਹੇ ਨੇ ਕਿ ਸਾਨੂੰ ਹੋਰ ਅਧਿਕਾਰ ਦਿੱਤੇ ਜਾਣ। ਇਹਨਾਂ 4 ਸੂਬਿਆਂ ਦੇ ਵਿੱਚ ਕਿਹੜੇ ਸੂਬੇ ਨੇ ਅਤੇ ਬ੍ਰਿਟਿਸ਼ ਕੋਲੰਬੀਆ ਦਾ ਨਾਂ ਇਸ ਵਿੱਚ ਕਿਉਂ ਨਹੀਂ ਆ ਰਿਹਾ ਔਰ ਉਸ ਦੇ ਬਾਰੇ 'ਚ ਕਿ ਕੀ ਸਟ੍ਰੀਮਲਾਈਨ ਕਰਨ ਲਈ ਇਹ ਸਹੂਲਤਾਂ ਨੇ ਜਿਹੜੀਆਂ ਕਿਵੇਂ ਕੰਮ ਕਰਨਗੀਆਂ, ਕਿਉਂਕਿ ਇਮੀਗ੍ਰੇਸ਼ਨ ਦੇ ਵਕੀਲ ਤੋਂ ਜ਼ਿਆਦਾ ਹੋਰ ਕਿਵੇਂ ਪਤਾ ਹੋ ਸਕਦਾ ਜਿਹੜੇ ਡੀਲ ਹੀ ਇਹੋ ਜਿਹੇ ਕੇਸਿਸ ਨਾਲ ਕਰਦੇ ਨੇ। ਹੁਣ ਇਹਨਾਂ ਨੂੰ ਸਟ੍ਰੀਮਲਾਈਨ ਕਰਨ ਲਈ ਜੇ 2 ਮਿਲੀਅਨ ਤੋਂ ਉੱਪਰ ਐਪਲੀਕੇਸ਼ਨਸ ਨੇ ਜਿਹੜੀਆਂ ਉੱਥੇ ਸਟਕ ਪਈਆਂ ਨੇ ਅਤੇ ਉਹ ਨਿਕਲ ਨਹੀਂ ਰਹੀਆਂ। ਸੋ ਫੈਡਰਲ ਸਰਕਾਰ ਇਸ ਦੇ ਵਿੱਚ ਫੇਲ ਹੋਈ ਹੈ। ਹੁਣ ਨਵੇਂ ਜਿਹੜੇ ਹੋਰ ਤੌਰ ਤਰੀਕੇ ਨੇ ਆਲਟਰਨੇਟਿਵ ਲੱਭੇ ਜਾ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਇਹ ਆ ਕਿ 10 ਚੋਂ 4 ਸੂਬੇ ਇਹ ਕਹਿੰਦੇ ਨੇ ਕਿ ਸਾਨੂੰ ਵੱਧ ਅਧਿਕਾਰ ਦਿਓ, ਅਸੀਂ ਆਪਣਾ ਇਮੀਗ੍ਰੇਸ਼ਨ ਸਿਸਟਮ ਚਾਹੁੰਦੇ ਹਾਂ। ਸਰ ਰਾਜਵੀਰ ਸਿੰਘ ਸਾਡੇ ਸਰੀ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਢਿੱਲੋਂ ਸਾਹਿਬ ਇਮੀਗ੍ਰੇਸ਼ਨ ਦੇ ਵਕੀਲ ਨੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਸਵਾਗਤ ਹੈ, ਵੈਲਕਮ। ਥਿੰਦ ਸਾਹਿਬ ਤੁਹਾਨੂੰ ਅਤੇ ਤੁਹਾਡੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਥਿੰਦ ਸਾਹਿਬ ਜਿਹੜਾ ਕੱਲ੍ਹ ਜਿਹੜੀ ਫਿਊ ਡੇਜ਼ ਪਹਿਲਾਂ ਜਿਹੜੀ ਆਪਣੀ ਡਿਵੈਲਪਮੈਂਟ ਹੋਈ ਹੈ ਕਿ ਜਿਹੜੇ ਪ੍ਰੀਮੀਅਰਸ ਨੇ ਡਿਮਾਂਡ ਕੀਤੀ ਹੈ ਕਿ ਉਹਨਾਂ ਨੂੰ ਜ਼ਿਆਦਾ ਅਧਿਕਾਰ ਦਿੱਤੇ ਜਾਣ ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ। PC ਉਹਦੀ ਪਾਰਟੀ ਨਹੀਂ ਰਿਹਾ ਸੋ ਫਾਰ। ਅਤੇ ਇਹਦੇ 'ਚੋਂ ਜਿਵੇਂ ਤੁਸੀਂ ਦੱਸਿਆ ਕਿ ਅੰਟਾਰੀਓ ਦੇ ਪ੍ਰੀਮੀਅਰ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਉਹਨਾਂ ਨੂੰ ਕਿਊਬਿਕ ਵਰਗਾ ਸਿਸਟਮ ਚਾਹੀਦਾ, ਦੇ ਵੁੱਡ ਪ੍ਰੈਫਰ ਸੱਚ ਸਿਸਟਮ। ਕਿਊਬਿਕ ਦੇ ਵਿੱਚ ਕੀ ਹੈ ਜੀ ਰਾਈਟ ਨਾਓ ਜਿਹੜਾ ਉਹਨਾਂ ਦਾ ਇਕਨੋਮਿਕ ਇਮੀਗ੍ਰੇਸ਼ਨ ਸਿਸਟਮ ਹੈਗਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਉਹਦੇ 'ਚ ਕਿਊਬਿਕ ਕੋਲ 90% ਤੋਂ ਵੱਧ ਇਮੀਗ੍ਰੈਂਟ ਸਿਲੈਕਟ ਕਰਨ ਦਾ ਜਿਹੜਾ ਉਹਨਾਂ ਕੋਲ ਰਾਈਟ ਹੈਗਾ। ਅੱਛਾ ਜੀ, ਉਹ ਸਿਲੈਕਟ ਕਰਦੇ ਆ। ਸੋ ਯੂਜ਼ਲੀ ਇਹ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਦੇ ਵਿੱਚ ਹੁੰਦਾ ਵਾ। ਸੋ BC ਨੇ ਕਿਉਂ ਨਹੀਂ ਇਹ ਚੂਜ਼ ਕੀਤਾ? BC ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ ਉਹੀ ਚੰਗੀ ਤਰ੍ਹਾਂ ਦੱਸ ਸਕਦੇ ਆ। ਨਾਲ ਇੱਕ ਹੋਰ ਗੱਲ ਹੈਗੀ ਆ, ਇਹਦੇ ਪਿੱਛੇ ਰੀਜ਼ਨ ਕੀ ਆ ਜਿਹੜਾ ਮੈਂ ਸੋਚਦਾ। ਸੋ ਫਾਰ ਪ੍ਰੋਵਿੰਸਿਸ ਕਹਿ ਰਹੇ ਆ ਜਿਹੜੇ 4 ਪ੍ਰੋਵਿੰਸਿਸ ਆ ਕਿ ਸਾਡੇ ਕੋਲ ਲੇਬਰ ਦੀ ਸ਼ੋਰਟੇਜ ਟੂ ਮੱਚ ਆ। ਰਾਈਟ ਨੋ ਜਿਹੜਾ ਅਨਇੰਪਲੋਇਮੈਂਟ ਰੇਟ ਆ ਕੈਨੇਡਾ ਦਾ ਡੈਟ ਇਜ਼ 4.9%। BC ਦੇ ਵਿੱਚ ਤੁਸੀਂ ਸਿੰਧ ਸਾਹਿਬ ਸੁਣ ਕੇ ਹੈਰਾਨ ਹੋਵੋਗੇ, ਇਟ ਇਜ਼ 4.6।
ਤੇ ਜਿਹੜੇ ਪ੍ਰੋਵਿੰਸਿਸ ਆ ਉਹ ਚਾਹੁੰਦੇ ਆ ਕਿ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ ਉਹ ਇਸ ਤਰ੍ਹਾਂ ਦਾ ਹੋਵੇ ਕਿ ਅਸੀਂ ਆਪਣੀ ਲੇਬਰ ਸ਼ਾਰਟੇਜ ਨੂੰ ਇਹਦੇ ਨਾਲ ਕਾਬੂ ਕਰ ਸਕੀਏ। ਬਿਲਕੁਲ। ਉਹ ਚਾਹੁੰਦੇ ਆ ਕਿ ਜਿਹੜੇ ਇਕਨੋਮਿਕ ਇਮੀਗ੍ਰੇਸ਼ਨ ਹੈਗੀ ਆ ਉਹਦੇ 'ਚ ਉਹਨਾਂ ਨੂੰ ਵੱਧ ਅਧਿਕਾਰ ਹੋਣ, ਕਿਉਂਕਿ ਉਹ ਜ਼ਿਆਦਾ ਸੂਟਡ ਆ ਇਸ ਗੱਲ ਦੇ ਲਈ ਕਿ ਉਹਨਾਂ ਦੀ ਇਕੋਨਮੀ ਨੂੰ ਕਿਹੜੇ ਸਕਿੱਲਸ ਦੇ ਕਿਹੜੇ ਵਰਕਰਸ ਦੀ ਲੋੜ ਆ। ਸੋ ਉਹਨਾਂ ਕੋਲ ਚੋਇਸ ਜ਼ਿਆਦਾ ਹੋਣੀ ਚਾਹੀਦੀ ਆ। ਇਨਸਟੈਡ ਉਹ ਇਹ ਵੀ ਚਾਹੁੰਦੇ ਆ ਕਿ ਇਨ ਫਿਊਚਰ ਜਿਹੜੀ ਕਦੇ ਜਿਵੇਂ ਹੁਣ ਲਾਸਟ ਟਾਈਮ ਆਪਾਂ ਦੇਖਿਆ ਕਿ ਕੋਵਿਡ-19 ਦਾ ਕਰਕੇ ਬਹੁਤ ਜ਼ਿਆਦਾ ਹੈਲਥ ਕੇਅਰ ਵਰਕਰਸ ਦੀ ਘਾਟ ਪਈ ਹੈਗੀ ਆ। ਸੋ ਉਹ ਚਾਹੁੰਦੇ ਆ ਕਿ ਫਿਊਚਰ ਦੇ ਵਿੱਚ ਜੇਕਰ ਇੱਦਾਂ ਕਿਤੇ ਸੁਸਾਇਟੀ ਨੂੰ ਰੈਪਿਡਲੀ ਲੋੜ ਵੀ ਪੈਂਦੀ ਹੈ ਕਿਸੇ ਪਾਰਟੀਕੂਲਰ ਸਕਿੱਲ ਦੇ ਪੀਪਲਸ ਦੀ, ਉਹ ਆਪਣੀ ਜਿਹੜੀ ਇਮੀਗ੍ਰੇਸ਼ਨ ਦਾ ਸਿਸਟਮ ਉਧਰ ਨੂੰ ਖੋਲ੍ਹ ਸਕਣ। ਸੋ ਇਹ ਵੀ ਉਹ ਚਾਹੁੰਦੇ ਹੈਗੇ ਆ। ਅਤੇ ਦੂਸਰੀ ਗੱਲ ਹੈਗੀ ਹੈ ਜਿਹੜਾ ਆਪਣਾ ਇਹ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਹੁੰਦੇ ਆ, ਇਹਨਾਂ ਦੇ ਵਿੱਚ ਜੂਰਿਸਡਿਕਸ਼ਨ ਪ੍ਰੋਵਿੰਸ ਦੀ ਹੁੰਦੀ ਆ। ਜੇਕਰ ਇਹਦੇ 'ਚ ਕੋਈ ਰਿਜੈਕਸ਼ਨ ਹੁੰਦੀ ਆ ਤਾਂ ਉਹ ਪ੍ਰੋਵਿੰਸ ਦੀ ਸੁਪਰੀਮ ਕੋਰਟ ਕੋਲ ਇਹਦੀ ਜੂਰਿਸਡਿਕਸ਼ਨ ਹੁੰਦੀ ਆ ਉਹਦੀ ਅਪੀਲ ਸੁਣਨ ਦੀ। ਅੱਛਾ ਜੀ। ਹਾਂਜੀ। ਕਿਹੜੇ ਸੂਬੇ ਨੇ ਉਹ ਢਿੱਲੋਂ ਸਾਹਿਬ ਜਿਨ੍ਹਾਂ ਨੇ ਸਾਈਨ ਕੀਤੇ? ਇੱਕ ਤਾਂ ਅਲਬਰਟਾ ਮੈਨੂੰ ਪਤਾ। ਹਾਂਜੀ, ਆਲ 3 ਪ੍ਰੈਰੀ ਪ੍ਰੋਵਿੰਸਿਸ, ਮੈਨੀਟੋਬਾ, ਸਸਕੈਚੁਅਨ ਤੇ ਅਲਬਰਟਾ। ਤੇ ਅੰਟਾਰੀਓ ਦੇ ਜਿਹੜੇ ਪ੍ਰੀਮੀਅਰ ਤੇ ਉਹਨਾਂ ਦੇ ਜਿਹੜੇ ਮਿਨਿਸਟਰਸ ਹੈਗੇ ਆ ਮੈਕਨਾਟਨ, ਉਹਨਾਂ ਨੇ ਤਾਂ ਬਹੁਤ ਧੜੱਲੇ ਨਾਲ ਇਹ ਕਿਹਾ ਕਿ ਸਾਨੂੰ ਜਿਹੜਾ ਹੈਗਾ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਪ੍ਰੋਵਿੰਸ਼ੀਅਲ ਜਿਹੜੇ ਪ੍ਰੋਗਰਾਮਸ ਦੇ ਵਿੱਚ ਸਾਡੇ ਨੰਬਰਸ ਐਟ ਲੀਸਟ ਡਬਲ ਹੋਣੇ ਚਾਹੀਦੇ ਆ। ਉਹਨਾਂ ਦੇ ਪ੍ਰੀਮੀਅਰ ਨੇ ਕਿਹਾ ਕਿ ਸਾਡਾ ਸਿਸਟਮ ਜਿਹੜਾ ਹੈਗਾ ਉਹ ਕਿਊਬਿਕ ਵਰਗਾ ਹੋਣਾ ਚਾਹੀਦਾ ਵਾ। ਅੱਛਾ, ਹੁਣ ਜਦੋਂ ਤੁਸੀਂ ਅਪੀਲਸ ਵਗੈਰਾ ਕਰਦੇ ਹੋ, ਖਾਸ ਤੌਰ ਦੇ ਉੱਤੇ ਫੈਡਰਲ ਸਿਸਟਮ ਦੇ ਅਧੀਨ ਕੋਈ ਕੇਸ ਰਿਜੈਕਟ ਹੋ ਜਾਂਦਾ, ਉਹ ਫਿਰ ਤੁਹਾਨੂੰ ਮੇਰਾ ਖਿਆਲ ਹੈ ਫੈਡਰਲ ਕੋਰਟ 'ਚ ਕਰਨਾ ਪੈਂਦਾ? ਹਾਂਜੀ, ਬਿਲਕੁਲ ਜੀ। ਉਹ ਫੈਡਰਲ ਕੋਰਟ 'ਚ ਉਹਦਾ ਜੁਡੀਸ਼ੀਅਲ ਰਿਵਿਊ ਹੋਣਾ ਹੁੰਦਾ ਵਾ। ਪਹਿਲਾਂ ਲੀਵ ਮਿਲਦੀ ਆ ਅਤੇ ਲੀਵ ਦੀ ਗ੍ਰਾਂਟ ਤੋਂ ਬਾਅਦ ਉਹਦੀ ਹੀਅਰਿੰਗ ਹੁੰਦੀ ਆ। ਜਿਹੜੇ ਕਿਊਬੈਕ ਦੇ ਵਕੀਲ ਨੇ, ਹਾਂਜੀ, ਉਹ ਤਾਂ ਕਿਊਬੈਕ ਦੇ ਵਿੱਚ ਹੀ ਕਰਦੇ ਨੇ। ਹਾਂਜੀ, ਉਹਨਾਂ ਕੋਲ ਜਿਹੜੀ ਹੈਗੀ ਆ ਉਹ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਨੇ। ਸੋ ਉਹਦੇ ਵਿੱਚ ਜਿਹੜੀ ਹੈਗੀ ਆ ਜੂਰਿਸਡਿਕਸ਼ਨ ਉਹ ਪ੍ਰੋਵਿੰਸ ਦੀ ਆ, ਕਿਉਂਕਿ ਜਿਹੜਾ ਮੇਨ ਡਿਸੀਜ਼ਨ ਜਿਹੜਾ ਰਿਜੈਕਟ ਹੋਇਆ ਡਿਸੀਜ਼ਨ ਆ ਉਹ ਕਿਊਬਿਕ 'ਚ ਹੋਇਆ, ਪ੍ਰੋਵਿੰਸ ਦੇ ਵਿੱਚ ਹੋਇਆ। ਸੋ ਪ੍ਰੋਵਿੰਸ਼ੀਅਲ ਜਿਹੜੀ ਜੂਰਿਸਡਿਕਸ਼ਨ ਦੇ ਅੰਡਰ ਜਿਹੜੀ ਉਹਨਾਂ ਦੀ ਸੁਪੀਰੀਅਰ ਕੋਰਟ ਹੈਗੀ ਆ, ਮੈਨੂੰ ਹੁਣ ਇਹ ਐਗਜ਼ੈਕਟ ਨਹੀਂ ਪਤਾ ਉਹਨੂੰ ਕੀ ਕਹਿੰਦੇ ਆ। ਸਾਡੇ ਕਹਿੰਦੇ ਆ ਸੁਪਰੀਮ ਕੋਰਟ ਆਫ BC, ਅੰਟਾਰੀਓ 'ਚ ਕਹਿੰਦੇ ਆ ਸੁਪੀਰੀਅਰ ਕੋਰਟ। ਸੋ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਪ੍ਰੋਵਿੰਸ਼ੀਅਲ ਸੁਪੀਰੀਅਰ ਕੋਰਟ ਹੈਗੀ ਆ ਉਹਦੇ 'ਚ ਉਹਦੀ ਸੁਣਵਾਈ ਹੁੰਦੀ ਆ ਅਪੀਲ ਦੀ। ਅੱਛਾ, ਇੱਕ ਰਾਜਵੀਰ ਜੀ ਹੋਰ ਗੱਲ ਦੱਸਿਓ ਬਈ, ਜਿਹੜੀ ਸੂਬੇ ਦੇ ਵਿੱਚ ਖਾਸ ਤੌਰ 'ਤੇ ਕਿਊਬੈਕ ਦੇ ਵਿੱਚ ਹੀ ਹਾਲੇ ਤੱਕ ਤਾਂ ਇੱਕੋ ਹੀ ਸਿਰਫ PNP ਦੇ ਹੀ ਇਮੀਗ੍ਰੈਂਟ ਉਹ ਆਪਣੀ ਮਰਜ਼ੀ ਨਾਲ ਸੱਦ ਸਕਦੇ ਨੇ, ਜਾਂ ਕਿ ਬਾਕੀ ਇਮੀਗ੍ਰੇਸ਼ਨ ਵੀ ਮੇਰਾ ਖਿਆਲ ਉਹਨਾਂ ਦਾ ਅੱਡ ਡਿਪਾਰਟਮੈਂਟ ਬਣਿਆ ਹੋਇਆ? ਜ਼ਿਆਦਾਤਰ ਉਹਨਾਂ ਦੀ ਜਿਹੜੀ ਹੈਗੀ ਆ ਉਹ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮਸ ਦੇ ਅੰਡਰ ਹੈਗੀ ਆ। ਬਾਕੀ ਵੀ ਉਹਨਾਂ ਕੋਲ ਕੁਛ ਅਧਿਕਾਰ ਹੈਗੇ ਆ ਜਿਹੜੇ ਬਾਕੀ ਸੂਬਿਆਂ ਕੋਲ ਹੈ ਨਹੀਂ। ਜਿਹੜੇ ਬਾਕੀ ਸੂਬਿਆਂ ਕੋਲ ਹੈ ਨਹੀਂ ਗੇ, ਉਹਨਾਂ ਕੋਲ ਸਪੈਸ਼ਲ ਸਟੇਟਸ ਆ। ਹਾਂਜੀ, ਉਹਨਾਂ ਕੋਲ ਸਪੈਸ਼ਲ ਸਟੇਟਸ ਆ। ਅੱਛਾ, ਫਰਜ਼ ਕਰੋ ਇਹਨਾਂ ਦੀ ਮੰਗ ਪੂਰੀ ਹੋ ਜਾਂਦੀ ਹੈ, ਇਹ ਜਿਹੜੀ ਇਮੀਗ੍ਰੈਂਟਸ ਨੇ ਉਹਨਾਂ ਨੂੰ ਸਟ੍ਰੀਮਲਾਈਨ ਕਰਨ ਦੇ ਵਿੱਚ ਕਿਵੇਂ ਮਦਦ ਕਰੇਗਾ? ਐਕਚੁਅਲ ਦੇ ਵਿੱਚ ਸਾਰਿਆਂ ਤੋਂ ਜਿਹੜੀ ਮੇਨ ਗੱਲ ਹੈਗੀ ਆ, ਇਮੀਗ੍ਰੇਸ਼ਨ ਪ੍ਰੋਵਿੰਸਿਸ ਕਿਉਂ ਡਿਮਾਂਡ ਕਰਦੇ ਆ? ਉਹ ਆਪਣੀ ਇਕੋਨਮੀ ਨੂੰ ਬਿਹਤਰ ਕਰਨ ਦੇ ਲਈ ਡਿਮਾਂਡ ਕਰਦੇ ਆ। ਉਹਨਾਂ ਕੋਲ ਆਪਣੀ ਜਿਹੜੀ ਇਕੋਨਮੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਲੇਬਰ ਹੋਵੇ, ਸਕਿਲਡ ਵਰਕਰ ਲੇਬਰ ਹੋਵੇ, ਕਾਮੇ ਹੋਣ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈਗੀ ਆ। ਪ੍ਰੋਵਿੰਸਿਸ ਕਹਿੰਦੇ ਆ ਕਿ ਫੈਡਰਲ ਦੇ ਨਾਲੋਂ ਅਸੀਂ ਜ਼ਿਆਦਾ ਸਹੀ ਪੋਜੀਸ਼ਨ ਦੇ ਵਿੱਚ ਆ ਕਿ ਅਸੀਂ ਦੱਸ ਸਕੀਏ ਸਾਨੂੰ ਕਿੱਦਾਂ ਦੇ ਕਾਮਿਆਂ ਦੀ ਲੋੜ ਆ, ਕਿਹੜੀ ਕਮਿਊਨਿਟੀ ਦੇ ਵਿੱਚ ਕਿੱਦਾਂ ਦੀ ਕਾਮਿਆਂ ਦੀ ਲੋੜ ਆ। ਤੁਸੀਂ ਦੇਖਿਆ ਹੋਊ, ਮੈਨੂੰ ਹੁਣ ਟੌਪ ਆਫ ਦੀ ਮਾਈਂਡ ਯਾਦ ਨਹੀਂ, ਮੈਨੀਟੋਬਾ ਦਾ ਇੱਕ ਮਿਊਨਿਸਪੈਲਿਟੀ ਵੀ ਹੈਗੀ ਆ ਜਿਹੜੀ ਆਪਣੇ ਪਾਇਲਟ ਪ੍ਰੋਜੈਕਟ ਸੀ ਉਹ ਪਹਿਲਾਂ। ਹਾਂਜੀ ਹਾਂਜੀ, ਉਹ ਨੋਮੀਨੇਟ ਕਰਦੇ ਆ ਪਰਸਨ ਨੂੰ, ਮੈਨੂੰ ਯਾਦ ਨਹੀਂ ਹੈਗਾ ਉਹਦਾ ਨਾਂ ਸੋ ਫਾਰ। ਸੋ ਇਸ ਤਰ੍ਹਾਂ ਇਹ ਚਾਹੁੰਦੇ ਆ ਕਿ ਸਾਨੂੰ ਸਾਡੇ ਕਿਹੜੀ ਕਮਿਊਨਿਟੀ ਦੇ ਵਿੱਚ, ਕਿਹੜੀ ਸੁਸਾਇਟੀ ਦੇ ਵਿੱਚ ਕਿੱਦਾਂ ਦੇ ਕਾਮਿਆਂ ਦੀ ਘਾਟ ਆ, ਅਸੀਂ ਆਪ ਉਹਨੂੰ ਨਿਰਧਾਰਿਤ ਕਰ ਸਕੀਏ ਕਿ ਸਾਨੂੰ ਇਸ ਵਾਰ ਅਸੀਂ ਕਿੰਨੇ ਇਸ ਕੈਟਾਗਰੀ ਦੇ ਸਕਿਲਡ ਵਰਕਰ ਲੈ ਕੇ ਆਉਣੇ ਆ, ਕਿੰਨੇ ਟਰੱਕ ਡਰਾਈਵਰ ਲੈ ਕੇ ਆਉਣੇ ਆ, ਕਿੰਨੀਆਂ ਨਰਸਿਸ ਲੈ ਕੇ ਆਉਣੀਆਂ। ਸੋ ਉਹਨਾਂ ਨੂੰ ਫੈਡਰਲ 'ਤੇ ਨਿਰਭਰ ਨਾ ਹੋਣਾ ਪਵੇ। ਸੋ ਇਹ ਆਪ ਇੰਡੀਪੈਂਡੈਂਟ ਫੈਸਲਾ ਕਰ ਸਕਣ। ਹਾਂਜੀ, ਇਹਦੇ ਲਈ ਪਰਮਿਸ਼ਨ ਜਿਹੜੀ ਆ ਉਹ ਫੈਡਰਲ ਸਰਕਾਰ ਦੀ ਚਾਹੀਦੀ ਹੈ। ਬਿਲਕੁਲ ਜੀ, ਕਿਉਂਕਿ ਇਹਨਾਂ ਦੀ ਇਹ ਸ਼ੇਅਰਡ ਰਿਸਪੌਂਸਿਬਿਲਿਟੀ ਆ, ਬਾਇਲੇਟਰਲ ਐਗਰੀਮੈਂਟਸ ਨੇ ਇਹਨਾਂ ਦੇ ਪ੍ਰੋਵਿੰਸਿਸ ਦੇ,
ਸਾਰੇ ਪ੍ਰੋਵਿੰਸਸ ਦੇ ਐਕਸੈਪਟ ਵਨ ਟੈਰੀਟਰੀ, ਮੈਨੂੰ ਯਾਦ ਨਹੀਂ ਕਿਹੜਾ ਨਾਂ ਉਹਦਾ, ਤੇ ਇਹਨਾਂ ਦੇ ਫੈਡਰਲ ਗਵਰਨਮੈਂਟ ਨਾਲ ਬਾਇਲੇਟਰਲ ਐਗਰੀਮੈਂਟਸ ਆ ਜਿਹਦੇ 'ਚ ਇਹਨਾਂ ਦੀਆਂ ਜਿਹੜੀਆਂ ਰਿਸਪੌਂਸਿਬਿਲਿਟੀਜ਼ ਆ ਉਹ ਸ਼ੇਅਰਡ ਰਿਸਪੌਂਸਿਬਿਲਿਟੀਜ਼ ਨੇ। ਅੱਛਾ, ਇੱਕ ਹੋਰ ਮੈਂ ਨੋਟ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਹੁਣ ਐਗਜ਼ੈਕਟਲੀ ਕਿੰਨੀਆਂ ਕੁ ਐਪਲੀਕੇਸ਼ਨਸ ਨੇ ਜਿਹੜੀਆਂ ਬੈਕਲੌਗ ਆ? ਮੇਰਾ ਖਿਆਲ ਵੀ ਮੋਰ ਦੈਨ 2.7 ਮਿਲੀਅਨ ਦੇ ਆਸ-ਪਾਸ ਜਿਹੜਾ ਹੈਗਾ ਬੈਕਲੌਗ ਹੈਗਾ। ਮੈਂ ਇੱਕ ਹੋਰ ਗੱਲ ਨੋਟ ਕੀਤੀ ਆ ਕਿ ਜਿਹੜੇ ਪ੍ਰੀਮੀਅਰਸ ਨੇ ਇਹਨਾਂ ਨੇ 4 ਰਿਕਮੈਂਡੇਸ਼ਨ ਭੇਜੀਆਂ ਨੇ। ਅੱਛਾ, ਫੈਡਰਲ ਜਿਹੜੇ ਸਾਡੇ ਆਨਰੇਬਲ ਮਿਨਿਸਟਰ ਨੇ ਇਮੀਗ੍ਰੇਸ਼ਨ ਦੇ, ਉਸ ਚਿੱਠੀ ਦੇ ਵਿੱਚ ਸ਼ੌਨ ਫਰੇਜ਼ਰ ਉਹਨਾਂ ਨੂੰ, ਜਿਹਦੇ 'ਚੋਂ ਸਾਰਿਆਂ ਤੋਂ ਪਹਿਲੀ ਰਿਕਮੈਂਡੇਸ਼ਨ ਹੈਗੀ ਆ ਕਿ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਗਵਾਉਣਾ ਨਹੀਂ ਚਾਹੁੰਦੇ। ਉਹ ਚਾਹੁੰਦੇ ਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ ਸਾਡਾ ਵੈਲਿਊਏਬਲ ਰਿਸੋਰਸ ਆ ਟੂ ਫੁਲਫਿਲ ਜਿਹੜੀ ਹੈਗੀ ਉਹਨਾਂ ਦੀ ਵਰਕਫੋਰਸ ਦੀ ਜਿਹੜੀ ਘਾਟ ਹੈਗੀ ਆ। ਥਿੰਨ ਸਾਹਿਬ, ਪਹਿਲਾਂ ਆਪਾਂ ਇਹ ਇਸ਼ੂ ਕੰਪਲੀਟ ਕਰ ਲਈਏ, ਮੈਂ ਤੁਹਾਨੂੰ ਦੱਸੂੰਗਾ ਹਾਊ ਕੰਪਲੈਕਸ ਇਮੀਗ੍ਰੇਸ਼ਨ ਸਿਸਟਮ ਇਜ਼। ਅੱਛਾ ਜੀ, ਆਈ ਵਿਲ ਕਮ ਬੈਕ ਟੂ ਸਟੂਡੈਂਟਸ ਇਸ਼ੂ। ਰਾਈਟ ਨਾਓ ਉਹਨਾਂ ਨੇ ਪਹਿਲੀ ਰਿਕਮੈਂਡੇਸ਼ਨ ਦਿੱਤੀ ਹੈ ਕਿ ਸਟੂਡੈਂਟਸ ਨੂੰ ਅਸੀਂ ਚਾਹੁੰਦੇ ਹਾਂ ਕਿ ਇਹ ਰਿਟੇਨ ਹੋਣ, ਇਹ ਹੌਲੀ ਹੌਲੀ ਵਰਕ ਪਰਮਿਟ ਇਹਨਾਂ ਨੂੰ ਛੇਤੀ ਮਿਲੇ, ਇਹਨਾਂ ਦਾ ਜਿਹੜਾ ਵਰਕ ਪਰਮਿਟ ਦੀ ਐਪਲੀਕੇਸ਼ਨਸ ਆ ਉਹ ਆਪਟੀਮਾਈਜ਼ ਹੋਣ ਤਾਂ ਕਿ ਅਸੀਂ ਆਪਣੀ ਲੇਬਰ ਨੀਡਸ ਨੂੰ ਪੂਰਾ ਕਰ ਸਕੀਏ। ਅਤੇ ਉਸ ਤੋਂ ਬਾਅਦ ਇਹ ਵੀ ਉਹ ਕਹਿੰਦੇ ਆ ਕਿ ਜਿਹੜੀ ਫੈਡਰਲ ਆ ਉਹ ਇਹਨਾਂ ਦੀ ਵਰਕ ਪਰਮਿਟ ਟੂ ਪਰਮਾਨੈਂਟ ਰੈਜ਼ੀਡੈਂਸੀ ਦਾ ਪ੍ਰੋਗਰਾਮ ਉਹ ਐਫੀਸ਼ੀਐਂਟ ਬਣਾਏ, ਇਹ ਛੇਤੀ PR ਹੋਣ। ਅਤੇ ਸੈਕਿੰਡ ਰਿਕਮੈਂਡੇਸ਼ਨ ਇਹਨਾਂ ਦੀ ਹੈਗੀ ਆ ਕਿ ਸਾਡਾ ਜਿਹੜਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਆ ਉਹਨੂੰ ਐਕਸਪੈਂਡ ਕੀਤਾ ਜਾਵੇ। ਅੱਛਾ ਜੀ, ਹਾਂਜੀ। ਸੋ ਫਾਰ ਦਾ ਮਿਨੀਮਮ ਜਿਹੜੀ ਹੈਗੀ ਆ ਅੰਟਾਰੀਓ ਨੇ ਡਿਮਾਂਡ ਕੀਤੀ ਹੈ ਕਿ ਉਹਨਾਂ ਨੇ ਪਿਛਲੇ ਸਾਲ 9000 ਕੋਟਾ ਅਲਾਓ ਕੀਤਾ ਸੀਗਾ PNP ਦੇ ਵਿੱਚ। ਹੁਣ ਉਹ ਚਾਹੁੰਦੇ ਆ ਵੀ ਮਿਨੀਮਮ ਇਹ ਡਬਲ ਹੋਵੇ, 18000। ਰਾਈਟ ਨਾਓ ਇਸ ਸਾਲ ਦੇ ਲਈ ਫੈਡਰਲ ਨੇ ਇਹਨੂੰ ਜਸਟ 700 ਇਨਕਰੀਜ਼ ਕੀਤਾ, 9700। ਪਿਛਲੇ ਸਾਲ 9000 ਸੀ। ਸੋ ਇਸੇ ਤਰ੍ਹਾਂ ਹੀ ਦੂਸਰੇ ਪ੍ਰੋਵਿੰਸ ਚਾਹੁੰਦੇ ਨੇ। ਉਹਨਾਂ ਦਾ ਕਾਰਨ ਸਿਰਫ ਇਹੀ ਹੈ ਕਿ ਅਸੀਂ ਆਪਣੀ ਲੇਬਰ ਦੀ ਸ਼ੋਰਟੇਜ ਨੂੰ ਪੂਰਾ ਕਰ ਸਕੀਏ, ਸਾਡੇ ਕੋਲ ਮੋਰ ਸੇ ਹੋਵੇ ਸਾਡੇ ਪ੍ਰੋਗਰਾਮਸ ਦੇ ਵਿੱਚ। BC ਦੇ ਅਧਿਕਾਰੀ ਵੀ ਦੱਸਦੇ ਆ ਕਿ ਅਸੀਂ ਵੀ ਉਹ 10,000 ਤੱਕ ਦੀ ਗਿਣਤੀ ਲਈ ਰਿਕੁਐਸਟ ਭੇਜੀ ਹੋਈ ਹੈ ਪਹਿਲਾਂ ਦੀ, ਲੇਕਿਨ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਦਸਤਖਤ ਨਹੀਂ ਕੀਤੇ, ਜਿਹਦੇ ਵਿੱਚ ਅੰਟੈਰੀਓ ਦੇ ਪ੍ਰੀਮੀਅਰ, ਜਿਸ ਤਰ੍ਹਾਂ ਤੁਸੀਂ ਦੱਸਿਆ, ਧੜੱਲੇਦਾਰੀ ਨਾਲ ਮੰਗ ਕਰ ਰਹੇ ਆ ਕਿ ਸਾਨੂੰ ਵੀ ਕਿਊਬਿਕ ਵਾਂਗ ਹੀ ਪੂਰੇ ਅਧਿਕਾਰ ਦਿਓ ਜਾਂ ਉਨੇ ਅਧਿਕਾਰ ਦਿਓ ਜਿੰਨੇ ਕਿਊਬਿਕ ਨੂੰ ਦਿੱਤੇ ਹੋਏ ਆ। ਜੀ, BC ਦੇ ਮਿਨਿਸਟਰ ਨੇ ਕਿਉਂ ਨਹੀਂ ਕੀਤੇ, ਇਹ BC ਦੇ ਮਿਨਿਸਟਰ ਹੀ ਪੁੱਛਾਂਗੇ, ਦੱਸ ਸਕਦੇ ਆ। ਮਿਸਟਰ ਕਲਨ ਨੇ, ਮੇਰਾ ਖਿਆਲ ਆ ਉਹ ਕੁਛ ਅਗਲੇ ਹਫ਼ਤੇ ਜਾਂ ਆਉਣਗੇ। ਹਾਂਜੀ, ਪਰ ਇਹਦੇ 'ਚ ਇੱਕ ਹੋਰ ਗੱਲ ਹੈਗੀ ਆ, ਉਹ ਜਾਂ ਤਾਂ ਉਹ ਇਹਨਾਂ ਨਾਲ ਸਹਿਮਤ ਨਹੀਂ ਜਾਂ ਫਿਰ ਉਹਨਾਂ ਕੋਲ ਕੋਈ ਹੋਰ ਅਲਟਰਨੇਟਿਵ ਹੈਗਾ ਜਿਹੜਾ ਇਸ ਲੇਬਰ ਸ਼ਾਰਟੇਜ ਨੂੰ ਪੂਰਾ ਕਰ ਸਕਦਾ, ਕਿਉਂਕਿ ਜਿਹੜੀ BC ਦੀ ਲੇਬਰ ਅਨਐਮਪਲੋਇਮੈਂਟ ਰੇਟ ਹੈ ਡੈਟ ਇਜ਼ 4.6। ਜ਼ਿਆਦਾ ਉਹਨਾਂ ਨੂੰ ਘੱਟ ਆ ਜੀ, ਘੱਟ ਆ। ਹਾਂਜੀ। ਅੱਛਾ, ਤੁਸੀਂ ਸਟੂਡੈਂਟਸ ਬਾਰੇ ਦੱਸਣ ਲੱਗੇ ਸੀ। ਹਾਂਜੀ, ਇੰਟਰਨੈਸ਼ਨਲ ਸਟੂਡੈਂਟਸ ਬਾਰੇ। ਹਾਂਜੀ, ਹੁਣੇ ਅਸੀਂ ਅੱਜ ਗੱਲ ਕਰਦੇ ਸੀ ਸਾਡੇ ਟੋਰਾਂਟੋ ਸਟੇਸ਼ਨ ਨਾਲ। ਹਾਂਜੀ, ਸਾਡੇ ਰਿਪੋਰਟਰ ਨੇ ਪ੍ਰਭਜੋਤ ਜੀ, ਉਹ ਦੱਸ ਰਹੇ ਸੀ ਵੀ ਉੱਥੇ ਇੱਕ ਸਮਿਟ ਵੀ ਹੋਈ ਆ। ਹਾਂਜੀ। ਓਕੇ, ਮੈਂ ਤੁਹਾਨੂੰ ਇਹਨੂੰ ਇਸ ਪਰਸਪੈਕਟਿਵ ਦੇ ਵਿੱਚ ਦੱਸਣਾ ਚਾਹੁੰਦਾ ਕਿ ਜਿਹੜੇ ਪ੍ਰੀਮੀਅਰਸ ਆ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਜਿਹੜੇ ਸਟੂਡੈਂਟਸ ਆ ਉਹ ਸਾਡਾ ਵੈਲਿਊਏਬਲ ਰਿਸੋਰਸ ਆ, ਅਸੀਂ ਉਹਨੂੰ ਗਵਾਉਣਾ ਨਹੀਂ ਹੈਗਾ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਛੇਤੀ ਵਰਕ ਪਰਮਿਟ ਦਿੱਤਾ ਜਾਵੇ, ਫਿਰ ਉਹ ਸਾਡੀਆਂ ਵਰਕ ਫੋਰਸ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਫਿਰ ਛੇਤੀ ਉਹ PR ਹੋਣ। ਪਰ ਜਦੋਂ ਤੁਸੀਂ ਦੇਖੋਗੇ ਕਿ ਇੱਕ ਸਟੂਡੈਂਟਸ ਨੂੰ ਜਾਂ ਵਰਕ ਪਰਮਿਟ ਦੇ ਐਪਲੀਕੈਂਟ ਨੂੰ ਆਪਾਂ ਟੈਂਪਰੇਰੀ ਰੈਜ਼ੀਡੈਂਟ ਕਹਿੰਦੇ ਆ, ਉਹਨਾਂ ਦੀ ਐਪਲੀਕੇਸ਼ਨ ਵੀ ਟੈਂਪਰੇਰੀ ਰੈਜ਼ੀਡੈਂਸ ਦੀ ਐਪਲੀਕੇਸ਼ਨ ਹੁੰਦੀ ਆ। ਸੋ ਜਦੋਂ ਉਹ ਐਪਲੀਕੇਸ਼ਨ ਕਰਦੇ ਆ, ਭਾਵੇਂ ਉਹਨਾਂ ਦੇ ਬੈਕ ਆਫ ਦੀ ਮਾਈਂਡ ਤਾਂ ਇਹੀ ਹੁੰਦਾ ਕਿ ਮੈਂ ਪਹਿਲਾਂ ਜਾ ਕੇ ਪੜ੍ਹਨਾ, ਕੋਰਸ ਕਰਨਾ, ਫਿਰ ਉਸ ਤੋਂ ਬਾਅਦ ਵਰਕ ਪਰਮਿਟ ਲੈਣਾ, ਫਿਰ ਉਸ ਤੋਂ ਬਾਅਦ PR ਹੋਣਾ। ਬਿਲਕੁਲ। ਪਰ ਜੇਕਰ ਇਹ ਚੀਜ਼ ਔਨ ਰੈਕਡ ਆ ਜਾਵੇ ਕਿ ਇਵੈਂਚੁਅਲੀ ਇਹਨੇ ਇੱਥੇ ਪੱਕਾ ਹੋਣਾ, ਇਵੈਂਚੁਅਲੀ ਇਹਦਾ ਪਰਪਸ ਇਹ ਆ ਤਾਂ ਉਹਦੀ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਆ, ਬਿਕੋਜ਼ ਉਹਦੀ ਜਿਹੜੀ ਟੈਂਪਰੇਰੀ ਰੈਜ਼ੀਡੈਂਸ ਦੀ ਐਪਲੀਕੇਸ਼ਨ ਆ ਉਹਦੇ 'ਚ ਉਹਦੀ ਇੰਟੈਂਸ਼ਨ ਇਹ ਜ਼ਾਹਰ ਹੋਣੀ ਚਾਹੀਦੀ ਆ ਕਿ ਮੈਂ ਇੱਥੇ ਪੜ੍ਹਨ ਆਇਆ, ਪੜ੍ਹ ਕੇ ਮੈਂ ਬੈਕ ਚਲੇ ਜਾਣਾ। ਇਹ ਤਾਂ ਬੜੀ ਪੈਰਾਡੋਕਸੀਕਲ ਗੱਲ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਹਾਂਜੀ ਕਿ ਸਾਨੂੰ ਇਹ ਚਾਹੀਦੇ ਨੇ ਪੱਕੇ ਹੋ ਜਾਣ, ਹਾਂਜੀ, ਦੂਜੇ ਪਾਸੇ ਐਪਲੀਕੇਸ਼ਨ ਲੈਣ ਸਮੇਂ ਤੁਸੀਂ ਕਹਿ ਰਹੇ ਹੋ ਹਾਂਜੀ ਕਿ ਪੜ੍ਹ ਕੇ ਵਾਪਸ ਚਲੇ ਜਾਣ। ਹਾਂਜੀ, ਥਿੰਨ ਸਾਹਿਬ, ਹੋਰ ਗੱਲ ਹੈਗੀ ਇਹਦੇ 'ਚ ਮੈਂ ਐਡ ਕਰਨੀ ਚਾਹੁੰਦਾ। ਤੁਸੀਂ ਇਹਨੂੰ ਕੰਪੇਅਰ ਕਰਿਓ ਮਿਨਿਸਟਰਸ ਦੀ ਇਸ ਰਿਕਮੈਂਡੇਸ਼ਨ ਦੇ ਨਾਲ। ਜੇਕਰ ਕੋਈ ਸਟੂਡੈਂਟ ਔਨ ਰੈਕਡ ਇਹ ਕਹਿ ਦੇਵੇ ਕਿ ਮੈਂ ਵਾਪਸ ਜਾਣਾ,
ਜੇਕਰ ਉਹਦੀ ਇੰਟਰਵਿਊ ਹੁੰਦੀ ਆ ਵਾਪਸ ਜਾਣਾ ਤੇ ਓਕੇ ਉਹਦੀ ਐਪਲੀਕੇਸ਼ਨ ਜੇਕਰ ਪਾਸ ਹੋਣ ਵਾਲੀ ਆ ਵੀਜ਼ਾ ਅਫੀਸਰ ਨੇ ਪਾਸ ਕਰ ਦੇਣੀ ਆ। ਪਰ ਜਦੋਂ ਉਹਨੇ ਵਰਕ ਪਰਮਿਟ ਦੀ ਐਪਲੀਕੇਸ਼ਨ ਲਾਉਣੀ ਹੈ ਜਾਂ ਪੀਆਰ ਦੀ ਐਪਲੀਕੇਸ਼ਨ ਲਾਉਣੀ ਆ, ਕੋਈ ਮੀਨ ਮੇਖ ਕੱਢਣ ਵਾਲਾ ਵੀਜ਼ਾ ਅਫੀਸਰ ਹੋਵੇ, ਉਹਦਾ ਪਿਛਲਾ ਰੈਕਟ ਚੈੱਕ ਕਰ ਲਵੇ ਕਿ ਉਹਨੇ ਪਿਛਲੀ ਐਪਲੀਕੇਸ਼ਨ 'ਚ ਕਿਹਾ ਸੀ ਕਿ ਮੈਂ ਵਾਪਸ ਚਲੇ ਜਾਣਾ, ਹੁਣ ਇਹਨੇ ਪੀਆਰ ਦੀ ਐਪਲੀਕੇਸ਼ਨ ਲਾਤੀ ਆ। ਸੋ ਇਟ ਮੇ ਅਮਾਊਂਟ ਟੂ ਮਿਸ ਰਿਪਰਜ਼ੈਂਟੇਸ਼ਨ। ਤੇ ਮਿਸ ਰਿਪਰਜ਼ੈਂਟੇਸ਼ਨ ਇਜ਼ ਸੋ ਸੀਰੀਅਸ ਕਿ ਇਹਦੇ 'ਚ ਜਿਹੜਾ ਕੰਸਰਨਡ ਵੀਜ਼ਾ ਅਫੀਸਰ ਆ ਉਹ 1 ਸਾਲ ਤੋਂ ਲੈ ਕੇ 5 ਸਾਲ ਦੇ ਲਈ ਉਹਨੂੰ ਬੈਨ ਕਰ ਸਕਦਾ ਕੈਨੇਡਾ 'ਚ ਐਪਲੀਕੇਸ਼ਨ ਕਰਨ ਤੋਂ। ਸੋ ਤੁਸੀਂ ਹੁਣ ਦੇਖੋ ਹਾਊ ਕੰਪਲੈਕਸ ਇਮੀਗ੍ਰੇਸ਼ਨ ਸਿਸਟਮ ਇਜ਼ ਕਿ ਇੱਕ ਪਾਸੇ ਸੈਲਫ ਕੰਟਰਾਡਿਕਟਿੰਗ ਆ ਤੇ ਨਾਓ ਹੁਣ ਜਿਹੜੇ ਪ੍ਰੀਮੀਅਰਸ ਆ ਉਹ ਕਹਿੰਦੇ ਆ ਕਿ ਸਾਨੂੰ ਇਹ ਸਾਡਾ ਵੈਲਿਊਏਬਲ ਰਿਸੋਰਸ ਆ, ਅਸੀਂ ਇਹਨੂੰ ਜਾਣ ਨਹੀਂ ਦੇਣਾ। ਖਰੇ ਬਗਸ ਜਿਹੜੇ ਸਾਰੇ ਨਿਕਲਣੇ ਚਾਹੀਦੇ ਨੇ। ਜੀ। ਜੇ ਇਸੇ ਤਰ੍ਹਾਂ ਹੀ ਬਾਕੀ ਦੇ ਸੂਬਿਆਂ ਨੇ ਵੀ ਆਪਣੇ ਪ੍ਰੀਮੀਅਰਸ ਨੇ ਤਹਈਆ ਕਰ ਲਿਆ, ਹਾਂਜੀ। ਲਾਜ਼ਮੀ ਤੌਰ ਤੇ ਫੈਡਰਲ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਪਏਗਾ। ਹਾਂਜੀ ਬਿਲਕੁਲ ਜੀ। ਰਾਜਵੀਰ ਢਿੱਲੋਂ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ। ਤੁਸੀਂ ਕਿੱਥੇ ਪ੍ਰੈਕਟਿਸ ਕਰਦੇ ਹੋ? ਥਿੰਦ ਸਾਹਿਬ ਮੇਰਾ ਆਫਿਸ ਹੈਗਾ 8253 120 ਸਟਰੀਟ ਡੈਲਟਾ। ਤੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਕੋਈ ਟੈਲੀਫੋਨ ਨੰਬਰ ਹੈ ਤੁਹਾਡਾ? ਹਾਂਜੀ ਮੇਰਾ ਫੋਨ ਨੰਬਰ ਹੈਗਾ ਜੀ 604 592 1112 604 592 1112। ਬਹੁਤ ਮਿਹਰਬਾਨੀ। ਥੈਂਕ ਯੂ ਥਿੰਦ ਸਾਹਿਬ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਮੇਰੇ ਕੋਲ ਕੁਝ ਮਿੰਟ ਬਾਕੀ ਨੇ, ਤੁਸੀਂ ਕਾਲ ਕਰਨਾ ਚਾਹੋਗੇ? ਤੁਹਾਡੀ ਕੀ ਓਪੀਨੀਅਨ ਹੈ ਕਿ BC ਨੂੰ ਵੀ ਇਸੇ ਤਰ੍ਹਾਂ ਅਪਲਾਈ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਬਾਕੀ ਦੇ ਸੂਬੇ ਮੰਗ ਰਹੇ ਨੇ? ਔਰ ਖ਼ਾਸ ਤੌਰ ਦੇ ਉੱਤੇ ਜਿਹੜੇ ਇੰਟੈਰੀਓ ਦੇ ਪ੍ਰੀਮੀਅਰ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਵੀ ਕਿਊਬਕ ਵਰਗੇ ਹੀ ਅਧਿਕਾਰ ਦਿੱਤੇ ਜਾਣ।